ਵਾਹਿਗੁਰੂ ਜੀ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਨਦਰ ਕਰ ਦਿਓ ਪਾਤਸ਼ਾਹ ਦਰਵੇਸ਼, ਕਿਰਪਾ ਕਰ ਦਿਓ। ਧੰਨਵਾਦ ਧੰਨਵਾਦ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਅਸੀਂ ਪਰਸੋਂ ਵਿਚਾਰਦੇ ਸੀਗੇ, ਸੁਣੀਏ ਦੀ ਵਿਚਾਰ ਚੱਲ ਰਹੀ ਸੀ। ਸੁਣੀਏ ਦੀ ਹੁਣ ਦੂਸਰੀ ਪੌੜੀ ਦੀ ਗੱਲ ਅੱਜ ਅਸੀਂ ਆਰੰਭ ਕਰਨੀ ਹੈ। ਪਰ ਸੁਣੀਏ ਦੀ ਪੌੜੀ ਤੇ ਦੁਬਾਰਾ ਉਤਰਨ ਤੋਂ ਪਹਿਲਾਂ ਕੁਝ ਮੁੱਢਲੇ ਸਿਧਾਂਤ ਸਮਝ ਲਈਏ ਕਿ ਗੁਰੂ ਸਾਹਿਬ ਸੁਣੀਏ ਨਾਲ ਸਾਨੂੰ ਕੀ ਆਦੇਸ਼ ਕਰ ਰਹੇ ਨੇ ਔਰ ਮੇਰੇ ਮਨ ਦਾ ਕੀ ਰਿਸ਼ਤਾ ਹੈ ਸੁਣਨ ਨਾਲ। ਵਾਹਿਗੁਰੂ ਜੀ, ਇਹ ਪ੍ਰਸ਼ਨ ਕਈ ਵਾਰੀ ਆਉਂਦਾ ਹੈ ਕਿ ਧਿਆਨ ਨਹੀਂ ਲੱਗਦਾ ਹੈ। ਜਦੋਂ ਅਸੀਂ ਅਭਿਆਸ ਵਿੱਚ ਬੈਠਦੇ ਹਾਂ, ਸ਼ਬਦ ਦੇ ਅਭਿਆਸ ਵਿੱਚ ਬੈਠਦੇ ਹਾਂ ਤੇ ਮਨ ਦਾ ਧਿਆਨ ਨਹੀਂ ਲੱਗ ਰਿਹਾ ਹੈ। ਇਸ ਪ੍ਰਸ਼ਨ ਦਾ ਜੋ ਬੀਜ ਹੈ ਉਹ ਮਨ ਦੀ ਅਵਸਥਾ ਦੇ ਨਾਲ ਰਿਸ਼ਤਾ ਰੱਖਦਾ ਹੈ। ਮਨ ਥਿਰ ਨਾ ਹੋਣ ਦੇ ਕਾਰਨ, ਮਨ ਚੰਚਲ ਹੋਣ ਦੇ ਕਾਰਨ ਅਭਿਆਸ ਦੇ ਸਮੇਂ ਵਿੱਚ ਮਨ ਦੇ ਜਿਹੜੇ ਸੱਤ ਨੇ, ਮਨ ਦਾ ਜੋ ਵਿਚਾਰ ਨੇ, ਉਹ ਵਿਗਨ ਰੂਪ ਸਾਹਮਣੇ ਆ ਕੇ ਖਲੋ ਜਾਂਦੇ ਹਨ। ਇਹ ਆਪਣੇ ਆਪ ਵਿੱਚ ਕਾਰਨ ਨਹੀਂ ਹੈ। ਆਪਣੇ ਆਪ ਵਿੱਚ ਇਹਦਾ ਕਾਰਨ ਇਹ ਹੈ ਕਿ ਅਸੀਂ ਮਨ ਦੀ ਉਹਨਾਂ ਤਰੰਗਾਂ ਨਾਲ ਸੈਂਸਿਟਿਵ ਹੈਗੇ ਹਾਂ। ਮਨ ਦੀ ਉਹਨਾਂ ਤਰੰਗਾਂ ਨਾਲ ਅਸੀਂ ਇਹ ਸਮਝ ਲਈਏ ਕਿ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਅਸੀਂ ਐਨਰਜਾਈਜ਼ ਕੀਤਾ ਹੋਇਆ ਔਰ ਸੰਸਕਾਰਾਂ ਕਰਕੇ ਸਾਡੀ ਹੀ ਐਨਰਜੀ ਸਾਨੂੰ ਹੀ ਬੰਧਪ ਬਣਾਈ ਫਿਰਦੀ ਹੈ, ਕਿਉਂਕਿ ਅਸੀਂ ਜੀਵਨ ਨੂੰ, ਮਨ ਨੂੰ ਸਿਰਫ ਇਹਨਾਂ ਵਿਚਾਰਾਂ ਜ਼ਰੀਏ ਜਾਣਿਆ ਹੈ। ਅਗਰ ਆਪ ਇਸ ਤਰ੍ਹਾਂ ਇਸ ਨੂੰ ਧਿਆਨ ਨਾਲ ਸਮਝੀਏ ਤੇ ਸੁਣੀਏ ਦੀ ਜਿਹੜੀ ਪੌੜੀਆਂ ਨੇ, ਇਸ ਵਿਗਨ ਦਾ ਹੱਲ ਹੈ। ਕਿਉਂਕਿ ਮਨ ਦਾ ਜਿਹੜਾ ਮੁੱਢਲਾ ਸਰੂਪ ਹੈ ਉਹ ਉਹੀ ਹੈ ਜੋ ਮਨ ਦੇ ਵਿੱਚ ਅਸੀਂ ਪਾਵਾਂਗੇ। ਤਾਂ ਅਸੀਂ ਇਹਨਾਂ ਵਿਚਾਰਾਂ ਦੇ ਇਲਾਵਾ ਅਗਰ ਮਨ ਦੇ ਨਾਲ ਕਿਸੇ ਹੋਰ ਸੋਚ ਦੀ ਸਾਂਝ ਪਾਈ ਹੈ ਤਾਂ ਸਾਡੇ ਸੰਸਕਾਰ ਬਦਲਨੇ ਜਾਣਗੇ। ਔਰ ਜਦ ਸੰਸਕਾਰ ਇੱਕ ਵਾਰ ਬਦਲਣਗੇ, ਫਿਰ ਇਹਨਾਂ ਵਿਚਾਰਾਂ ਤੋਂ ਅਸੀਂ ਮੁਕਤ ਹੋਣ ਦੀ ਐਬਿਲਿਟੀ ਰੱਖਾਂਗੇ। ਕੀ ਤਰੀਕਾ ਹੈ ਕਿ ਅਸੀਂ ਮਨ ਦੇ ਵਿੱਚ ਕੁਝ ਪਾਈਏ, ਮਨ ਦੇ ਵਿੱਚ ਕੋਈ ਵਸਤੂ ਰੱਖੀਏ। ਜਿਸ ਤਰ੍ਹਾਂ ਇੱਕ ਭਾਂਡੇ ਦੇ ਵਿੱਚ ਇੱਕ ਵਸਤੂ ਰੱਖੀ ਜਾਂਦੀ ਹੈ, ਇਸੇ ਤਰ੍ਹਾਂ ਮਨ ਸਮਝ ਲਈਏ ਇੱਕ ਭਾਂਡਾ ਰੂਪ ਹੈ ਔਰ ਇਹਦੇ ਵਿੱਚ ਅਸੀਂ ਕੋਈ ਵਸਤੂ ਰੱਖਣੀ ਹੈ। ਉਹੀ ਵਸਤੂ ਦੇ ਸਾਨੂੰ ਬਾਰ-ਬਾਰ ਦਰਸ਼ਨ ਹੋਣਗੇ ਅਗਰ ਅਸੀਂ ਉਸਨੂੰ ਉਸ ਭਾਂਡੇ 'ਚ ਰੱਖਾਂਗੇ। ਜਦੋਂ ਭਾਂਡਾ ਖੋਲਾਂਗੇ ਉਹ ਵਸਤੂ ਸਾਨੂੰ ਮਿਲੇਗੀ। ਇਸੇ ਤਰ੍ਹਾਂ ਮਨ ਦੇ ਅੰਦਰ ਅਸੀਂ ਵੇਨ ਥਿੰਕਿੰਗ ਦੇ ਵਿਚਾਰ ਪਾਏ ਹੋਏ ਹੈ, ਕਿਉਂਕਿ ਹੋਰ ਅਸੀਂ ਕਿਸੇ ਪਾਸੇ ਕੰਸਟਰਕਟਿਵ ਐਨਰਜੀ ਪਾਈ ਨਹੀਂ, ਫੋਕਸਡ ਐਨਰਜੀ ਪਾਈ ਨਹੀਂ। ਅਗਰ ਪਾਈ ਹੈ ਤੇ ਉਹਦੇ ਦਰਸ਼ਨ ਸਾਨੂੰ ਹੁੰਦੇ ਨੇ ਕਿਸੇ ਵੀ ਕਾਰਨ, ਕਿਸੇ ਵੀ ਤਰੀਕੇ ਨਾਲ। ਜ਼ਿਆਦਾਤਰ ਲੋਕ ਦੁਨੀਆ ਦੇ ਹੌਬੀਜ਼ ਰੱਖਦੇ ਆ। ਇਹ ਹੌਬੀ ਕੀ ਹੈਗੀ ਹੈ?
ਇਹ ਹੌਬੀ ਜਾਂ ਅਸੀਂ ਸਮਝ ਲਈਏ ਕਿ ਇੱਕ ਵੇਕੈਂਟ ਸਮਾਂ ਅਸੀਂ ਆਪਣੇ ਜੀਵਨ ਵਿੱਚ ਕ੍ਰੀਏਟ ਕਰਦੇ ਹਾਂ ਜਿੱਥੇ ਕੋਈ ਪ੍ਰੈਸ਼ਰ ਨਹੀਂ ਹੁੰਦਾ, ਔਰ ਅਸੀਂ ਉਹ ਕਰਦੇ ਹਾਂ ਜੋ ਸਾਨੂੰ ਮਨ ਨੂੰ ਭਾਉਂਦਾ ਹੈ, ਜੋ ਚੰਗਾ ਲੱਗਦਾ ਹੈ। ਇਹ ਮਨ ਨੂੰ ਸ਼ਾਂਤ ਕਰਨ ਦਾ ਇੱਕ ਤਰੀਕਾ ਹੈ। ਇਹਦੇ ਨਾਲ ਜੀਵਨ 'ਚ ਬੈਲੈਂਸ ਆ ਜਾਂਦਾ ਹੈ, ਕਿਉਂਕਿ ਜਦੋਂ ਪ੍ਰੈਸ਼ਰ ਘਟਦਾ ਹੈ ਤੇ ਪ੍ਰੈਸ਼ਰ ਘਟਣ ਨਾਲ ਅਸੀਂ ਰਿਲੈਕਸਡ ਫੀਲ ਕਰਦੇ ਹਾਂ, ਉੱਥੋਂ ਸਾਨੂੰ એનર્ਜੀ ਆਉਂਦੀ ਹੈ। ਉਸ એનર્ਜੀ ਨਾਲ ਅਸੀਂ ਫਿਰ ਦੁਬਾਰਾ ਜੀਵਨ ਵਿੱਚ ਉਤਰ ਜਾਂਦੇ ਹਾਂ, ਐਨਰਜਾਈਜ਼ ਹੋ ਕੇ ਉਤਰਦੇ ਹਾਂ। ਇਹ ਕਾਰਨ ਕਿਉਂ ਹੈ, ਅਸੀਂ ਕਿਉਂ ਲੱਭਦੇ ਹਾਂ ਇਹਨੂੰ? ਕਿਉਂਕਿ ਅਸੀਂ ਜੀਵਨ ਦੇ ਪ੍ਰੈਸ਼ਰਸ ਤੋਂ ਕੁਝ ਰਿਲੀਫ ਚਾਹੁੰਦੇ ਹਾਂ, ਕਿਉਂਕਿ ਸਾਨੂੰ ਜੀਵਨ ਦਾ ਪ੍ਰੈਸ਼ਰ ਘੇਰਿਆ ਹੋਇਆ ਹੈ। ਕਿਉਂਕਿ ਜਿਹੜਾ ਪ੍ਰੈਸ਼ਰ ਹੈ ਟਾਰਗੇਟ ਰੂਪੀ, ਉਹ ਸਾਨੂੰ ਇੱਕ ਵਸਤੂ ਬਣਾ ਦਿੰਦਾ ਹੈ, ਫਰੋਮ ਏ ਪਰਸਨ ਟੂ ਥਿੰਗ। ਮਤਲਬ ਕੀ ਇਹਦਾ ਕਿ ਅਸੀਂ ਇੱਕ ਮਸ਼ੀਨ ਦੀ ਤਰ੍ਹਾਂ ਸਵੇਰ ਤੋਂ ਸ਼ਾਮ ਟਾਰਗੇਟ ਬੇਸਡ ਕੰਮ ਕਰਦੇ ਹਾਂ, ਔਰ ਉਸੇ ਵਿੱਚ એનર્ਜੀ ਇਤਨੀ ਲੱਗ ਜਾਂਦੀ ਹੈ ਕਿ ਸਾਨੂੰ ਸਮਾਂ, ਸ਼ਕਤੀ ਹੋਰ ਕੁਝ ਕਰਨ ਲਈ ਨਹੀਂ ਮਿਲਦੀ। ਮੈਂ ਜਦੋਂ ਵੀ ਅਸੀਂ ਇਸ ਗੱਲ ਦੀ ਵਿਚਾਰ ਕਰੀਏ ਕਿ ਮਨ ਦੀ ਅਵਸਥਾ ਨਾਲ ਗੁਰੂ ਸਾਹਿਬ ਨੇ ਸਾਨੂੰ ਜੋੜਿਆ ਹੈ, ਮਨ ਕੀ ਹੈ, ਮਨ ਦੇ ਅੰਤਰ ਵਿੱਚ ਕੀ ਹੈ, ਉਸ ਨੂੰ ਜਾਣਨ ਲਈ ਇਹ ਜ਼ਰੂਰੀ ਹੈ ਕਿ ਮਨ ਨਾਲ ਉਲਝਿਆ ਕਿਵੇਂ ਅਸੀਂ, ਇਸ ਮਨ ਦੀ ਢੂਹਿਆਈ 'ਚ ਅਸੀਂ ਕਿਵੇਂ ਗਿਰ ਗਏ ਹਾਂ। ਸੁਣੀਏ ਜਿਹੜਾ ਹੈ ਇੱਕ ਐਂਟਰੀ ਡੋਰ ਹੈ ਮਨ ਦਾ। ਜੋ ਅਸੀਂ ਸੁਣਾਂਗੇ, ਦੇਖਾਂਗੇ, ਜਿਹਨਾਂ ਵਿਚਾਰਾਂ ਨੂੰ ਅਸੀਂ ਅਬਜ਼ੋਰਬ ਕਰਾਂਗੇ, ਉਹ ਸਭ ਸਾਡੇ ਮਨ ਦੇ ਵਿੱਚ ਘਰ ਘਰ ਜਾਣਗੇ। ਅਸੀਂ ਜਿਨ੍ਹਾਂ ਨੂੰ ਅਪਣਾ ਲਵਾਂਗੇ, ਜਿਨ੍ਹਾਂ ਸਾਈਟਸ ਨੂੰ ਅਸੀਂ ਦੇਖ ਕੇ ਕਵਾਂਗੇ ਕਿ ਮੈਂ ਇਸ ਤਰ੍ਹਾਂ ਦਾ ਹਾਂ, ਜੋ ਸੋਚ ਮੈਨੂੰ ਕੋਈ ਸੁਣਾਏਗਾ ਉਸ ਨੂੰ ਮੈਂ ਪਕੜ ਕੇ ਇਹ ਭਾਵ ਰੱਖਾਂਗਾ, ਹਾਂ ਇਹ ਥਾਟ ਮੇਰੀ ਹੈ, ਤਾਂ ਉਹ ਮੇਰੀ ਬਣ ਜਾਏਗੀ। ਮਨ ਦੇ ਰੰਗ ਚੜ ਜਾਏਗਾ ਉਸਦਾ। ਅਸੀਂ ਕੋਈ ਗਾਣਾ ਸੁਣਦੇ ਹਾਂ, ਗਾਣੇ ਦੇ ਕੁਝ ਵਿਚਾਰ ਅਸੀਂ ਅਗਰ ਜਾਣੀਏ, ਨਹੀਂ ਜਾਣੀਏ ਤੇ ਉਹਦੀ ਜਿਹੜੀ ਲੈਅ ਹੈ ਉਹਦੇ ਵਿੱਚ ਹੀ ਅਸੀਂ ਆਪਣੇ ਆਪ ਨੂੰ ਰਿਲੈਕਸ ਫੀਲ ਕਰਦੇ ਹਾਂ। ਲੈਅ ਵਿੱਚ ਅਸੀਂ ਕਿਉਂ ਰਿਲੈਕਸ ਫੀਲ ਕਰਦੇ ਹਾਂ? ਕਿਉਂਕਿ ਉਹਦੀ ਸਾਨੂੰ ਸੋਚ ਤੋਂ ਪਰੇ ਲੈ ਜਾਂਦਾ ਹੈ। ਇੱਕ ਅਨਕੌਂਸ਼ੀਅਸ ਜਿਹਾ ਰਿਐਕਸ਼ਨ ਹੁੰਦਾ ਹੈ ਸਾਡੇ ਸੁਪਰਫਿਸ਼ੀਅਲ ਮਾਈਂਡ ਦਾ ਕਿ ਉਹ ਲੈਅ ਨੂੰ ਪਕੜ ਲੈਂਦਾ ਹੈ, ਰੈਪੀਟੇਟਿਵ ਐਕਸ਼ਨ ਨੂੰ ਪਕੜ ਲੈਂਦਾ ਹੈ। ਭਾਵੇਂ ਉਹ ਕਿਸੇ ਦਾ ਟੁਰਨਾ ਹੋਏ, ਕਿਸੇ ਦਾ ਨੱਚਣਾ ਹੋਏ, ਕਿਸੇ ਦਾ ਗਾਣਾ ਹੋਏ, ਉਹਨੂੰ ਪਕੜ ਕੇ ਅਪਣਾ ਲੈਂਦਾ ਹੈ। ਮਨ ਦਾ ਸੱਤ ਐਸੇ ਚੀਜ਼ ਨਾਲ ਵਾਸਤਾ ਰੱਖਦਾ ਹੈ ਕਿ ਮਨ ਦੇ ਅੰਦਰ ਅਸੀਂ ਕੀ ਪਾ ਰਹੇ ਹਾਂ। ਸ਼ੇਕਸਪੀਅਰ ਦੀ ਇੱਕ ਲਾਈਨ ਹੈ, ਉਹ ਕਹਿੰਦਾ ਹੈ ਕਿ do not make friends easy, and once you make them, grapple them to your soul। ਕਿਉਂਕਿ ਤੁਹਾਡੇ ਜਿਹੜੇ ਦੋਸਤ ਨੇ, ਤੁਹਾਡੀ ਜਿਹੜੀ ਸੰਗਤ ਹੈ, ਉਹ ਡਿਫਾਈਨ ਕਰਦੀ ਅਸੀਂ ਹਾਂ ਕੀ। ਇਹਦਾ ਸਮਝਣਾ ਕੀ ਹੈ ਕਿ ਜੋ ਅਸੀਂ ਦੋਸਤ ਯਾਰ ਮਿੱਤਰ ਨਾਲ ਬੈਠਦੇ ਹਾਂ, ਉਹਦੀ ਗੱਲ ਅਸੀਂ ਬਿਨਾਂ ਫਿਲਟਰ ਕੀਤੇ ਮਨ ਵਿੱਚ ਲੈ ਲੈਂਦੇ ਹਾਂ, ਕਿਉਂਕਿ ਇੱਕ ਪ੍ਰੇਮ ਦੀ ਸਾਂਝ ਹੈ। ਤਾਂ ਮਨ ਵਿੱਚ ਸਾਡੇ ਮਿੱਤਰ ਦਾ ਸੋਚਣਾ, ਮਿੱਤਰ ਦਾ ਵਿਵਹਾਰ, ਮਿੱਤਰ ਦਾ ਕਹਿਣਾ, ਉਹ ਘਰ ਕਰ ਜਾਂਦਾ ਹੈ, ਜਲਦੀ ਘਰ ਕਰ ਜਾਂਦਾ ਹੈ।
ਇਸੇ ਤਰ੍ਹਾਂ ਮਾਡਰਨ ਸਾਈਕੋਲੋਜੀ ਵਿੱਚ ਇੱਕ ਹੋਰ ਵੀ ਥਾਟ ਪ੍ਰੋਸੈਸ ਹੈ ਜਿਹਨੂੰ ਕਹਿੰਦੇ ਨੇ ਆਟੋ ਸੁਜੈਸ਼ਨ, ਕਿ ਮੈਂ ਆਪਣੇ ਆਪ ਨੂੰ ਸੁਜੈਸਟ ਕਰਦਾ ਕੁਝ ਔਰ ਮਨ ਉਹਨੂੰ ਪਕੜ ਲੈਂਦਾ ਹੈ। ਇਹ ਕਈ ਤਰ੍ਹਾਂ ਦੀ ਗੇਮਸ ਚਲਦੀਆਂ ਨੇ ਮਨ ਦੇ ਅੰਦਰ, ਬਾਹਰੋਂ ਵੀ ਔਰ ਅੰਦਰੋਂ ਵੀ। ਮਨ ਕਈ ਕਾਰਨਾਂ ਕਰਕੇ ਵਿਆਕੁਲ ਹੈ ਔਰ ਇਹਦੇ ਵਿੱਚ ਦੋਸ਼ ਸਾਡਾ ਆਪਣਾ ਹੈ, ਕਿਉਂਕਿ ਅਸੀਂ ਮਨ ਦੀ ਸਾਈਕੋਲੋਜੀ ਨੂੰ ਜਾਣਿਆ ਨਹੀਂ ਹੈ। ਮਨ ਵਿੱਚ ਦਾ ਪੋਟੈਂਸ਼ੀਅਲ ਤੇ ਬਿਲਕੁਲ ਹੀ ਨਹੀਂ ਜਾਣਿਆ ਹੈ, ਪਰ ਉਹਦੀ ਸਾਈਕੋਲੋਜੀ ਨੂੰ ਵੀ ਜਾਣਿਆ ਹੈ। ਤਾਂ ਅਗਰ ਸੁਣਿਏ ਦੇ ਦੋ ਭਾਵ ਮੈਂ ਲੈ ਕੇ ਚੱਲਦਾ ਹਾਂ। ਸੁਣਿਏ ਤੋਂ ਸੁਣਨ ਦਾ ਮਤਲਬ ਹੈ ਜਿਨ੍ਹਾਂ ਚੀਜ਼ਾਂ ਵਿੱਚ ਮੈਂ ਧਿਆਨ ਕਰਾਂਗਾ। ਮੇਰੀ ਅੱਖਾਂ ਦਾ ਸੁਣਨਾ, ਕੰਨਾਂ ਦਾ ਸੁਣਨਾ ਨਹੀਂ ਹੈ, ਮੇਰੇ ਮਨ ਦਾ ਸੁਣਨਾ ਹੈ। This is related to my mind's inquiry, ਕਿਉਂਕਿ ਮੈਂ ਉਹ ਚੀਜ਼ਾਂ ਸੁਣਾਂਗਾ ਜਿਹੜੀ ਮੇਰੀ, ਜਿਸ ਵੱਲ ਮੇਰੀ ਜਿਗਿਆਸਾ ਹੈ, ਜਿਸ ਵੱਲ ਮੇਰਾ ਇੰਟਰਸਟ ਹੈ, ਔਰ ਉਹਨਾਂ ਚੀਜ਼ਾਂ ਤੋਂ ਮੇਰਾ ਮਨ ਡਿਫਾਈਨ ਹੁੰਦਾ ਜਾਏਗਾ। ਸੋ ਇਸ ਕਰਕੇ ਮਨ ਦੇ ਵਿੱਚ ਜਿਹੜੀਆਂ ਵਸਤੂਆਂ ਮੈਂ ਪਾ ਰਿਹਾ ਹਾਂ ਉਹ ਮੇਰੀਆਂ ਆਪਣੀਆਂ ਡਿਫਾਈਨਡ ਨੇ, ਨਹੀਂ ਉਹਨਾਂ ਨੂੰ ਡਿਫਾਈਨ ਕੀਤਾ ਹੈ ਕਿ ਮੇਰੇ ਮਨ ਦੇ ਵਿੱਚ ਕਿਹੜੀਆਂ ਚੀਜ਼ਾਂ ਜਾਣੀਆਂ ਨੇ। ਉਹ ਕਿਸੇ ਬੰਧਨ ਕਰਕੇ ਹੈ, ਕਿਸੇ ਕਮਿਟਮੈਂਟ ਕਰਕੇ ਹੈ। ਕਮਿਟਮੈਂਟ ਕਿਵੇਂ ਕਿ ਅਸੀਂ ਜੀਵਨ ਇੱਕ ਕਮਿਟਮੈਂਟ ਹੈ, ਅਸੀਂ ਕਮਿਟ ਕਰ ਦਿੱਤਾ, ਅਸੀਂ ਗ੍ਰਸਤ ਨੂੰ ਕਮਿਟ ਕਰ ਦਿੱਤਾ, ਉਹ ਸਾਡੀ ਕਮਿਟਮੈਂਟ ਹੈ। ਹੁਣ ਉਹਦੇ ਨਾਲ ਕਈ ਚੀਜ਼ਾਂ ਨਾਲ ਆਉਣਗੀਆਂ, ਉਹਨਾਂ ਨੂੰ ਅਸੀਂ ਅਵੋਇਡ ਨਹੀਂ ਕਰ ਪਾਵਾਂਗੇ। ਤਾਂ ਉਹ ਹੁਣ ਜੀਵਨ ਦਾ ਬਹੁਤ ਹਿੱਸਾ ਲੈ ਲੈਂਦੀਆਂ ਸਾਡੇ। ਕਈ ਦਫਾ ਜੀਵਨ ਵਿੱਚ ਜਦੋਂ ਅਸੀਂ ਕੋਈ ਕਮਿਟਮੈਂਟ ਕਰਦੇ ਹਾਂ ਤੇ ਨਹੀਂ ਸਮਝ ਆਉਂਦੀ ਸਾਨੂੰ ਕਿ ਇਹ ਮੇਰੀ ਜੀਵਨ ਦੀ ਕਿਤਨੀ ਸ਼ਕਤੀ ਇਹਦੇ ਵਿੱਚ ਲੱਗ ਜਾਏਗੀ। ਐਸੇ ਕਰਕੇ ਇਹੋ ਜਿਹੇ ਜਿਹੜੇ ਚੋਇਸਿਸ ਨੇ ਬਾਅਦ ਦਫਾ ਅਸੀਂ ਛੋਟੀ ਉਮਰ 'ਚ ਯੂਥ ਵਿੱਚ ਲੈਂਦੇ ਹਾਂ, ਕਿਉਂਕਿ ਯੂਥ ਵਿੱਚ ਸ਼ਕਤੀ ਜ਼ਿਆਦਾ ਹੁੰਦੀ ਹੈ। ਤਾਂ ਸਾਨੂੰ ਇਹ ਫਿਕਰ ਨਹੀਂ ਰਹਿੰਦਾ ਕਿ ਮੇਰੇ ਕੋਲ ਕਿੰਨੀ એનર્ਜੀ ਹੈ। ਅਸੀਂ ਸਮਾਂ ਔਰ ਸ਼ਕਤੀ ਇਹਨਾਂ ਦੋਨਾਂ ਨੂੰ ਬੇਅੰਤ ਗਿਣਦੇ ਹਾਂ ਯੂਥ ਵਿੱਚ, ਕਿਉਂਕਿ ਹੁੰਦੀ ਬਥੇਰੀ ਹੈ। ਜੀਵਨ ਦੀ ਊਰਜਾ ਵਿੱਚੋਂ ਸਭ ਤੋਂ ਜ਼ਿਆਦਾ ਸ਼ਕਤੀ ਸਾਡੀ ਛੋਟੀ ਯੂਥ ਦੀ ਉਮਰ ਵਿੱਚ, ਸਮਝ ਲਈਏ 40 ਤੋਂ ਥੱਲੇ ਦੀ ਉਮਰ ਵਿੱਚ ਸਾਡੇ ਕੋਲ ਹੁੰਦੀ ਹੈ। ਉੱਥੇ ਪੋਟੈਂਸ਼ੀਅਲ ਜ਼ਿਆਦਾ ਹੈ। ਜਿੱਥੇ ਪੋਟੈਂਸ਼ੀਅਲ ਜ਼ਿਆਦਾ ਹੈ ਉੱਥੇ ਸਹੀ ਕਰਨ ਦਾ ਵੀ ਪੋਟੈਂਸ਼ੀਅਲ ਜ਼ਿਆਦਾ ਹੈ ਔਰ ਗਲਤੀ ਕਰਨ ਦਾ ਵੀ ਪੋਟੈਂਸ਼ੀਅਲ ਜ਼ਿਆਦਾ ਹੈ। ਇਹ ਹੁਣ ਫਿਰ ਦੁਬਾਰਾ ਉੱਥੇ ਆ ਜਾਂਦੀ ਹੈ ਕਿ ਮੇਰੇ ਲਾਈਫ ਦਾ ਐਕਸਪੀਰੀਅੰਸ ਕੀ ਹੈ ਔਰ ਮੈਂ ਕਿਸ ਚੀਜ਼ ਨੂੰ, ਕਿਸ ਜਗ੍ਹਾ ਨੂੰ, ਕਿਸ ਸਿਚੁਏਸ਼ਨ ਨੂੰ ਸ਼ਕਤੀ ਦਿਆਂਗਾ। ਜਾਂ ਮੇਰੇ ਸੰਸਕਾਰ ਕੀ ਨੇ, ਜਾਂ ਮੇਰੇ ਸੰਗੀ ਸਾਥੀ ਕੌਣ ਨੇ, ਜਾਂ ਮੇਰੇ ਗਾਈਡ ਕੌਣ ਨੇ ਜੀਵਨ ਵਿੱਚ। ਤਾਂ ਸੁਣਨ ਦੀ ਵਿਧੀ ਜਿਹੜੀ, ਅਸੀਂ ਅਗਰ ਮਨ ਦਾ ਸੁਣਨ ਦਾ ਦੇਖੀਏ ਤੇ ਮਨ ਅਬਜ਼ੌਰਬ ਕੀ ਕਰਦਾ ਹੈ। ਮਨ ਉਸ ਚੀਜ਼ ਨੂੰ ਅਬਜ਼ੌਰਬ ਕਰਦਾ ਜਿਹਨੂੰ ਉਹ ਢੂੰਡਦਾ ਹੈ। ਢੂੰਡਣ ਜਾਂਦਾ ਹੈ, ਅਗਿਆਨਤਾ ਕਰਕੇ ਕੁਝ ਹੋਰ ਲੈ ਆਉਂਦਾ ਹੈ, ਇਹ ਵੀ ਹੁੰਦਾ ਹੈ। ਗਿਆ ਤਾਂ ਢੂੰਡਣ ਸੁੱਖ ਸੀਗਾ, ਉਹ ਦੁੱਖ ਨਾ ਭਰ ਕੇ ਆ ਗਿਆ। ਗਿਆ ਤਾਂ ਸੁੱਖ ਲੱਭਣ ਸੀ, ਪਰ ਉਹ ਬਹੁਤ ਥੋੜੇ ਸਮੇਂ ਵਾਸਤੇ ਮਿਲਿਆ। ਤਾਂ ਇਹ ਹੁਣ ਡਿਪੈਂਡ ਕਰਦਾ ਹੈ ਕਿ ਮੈਨੂੰ ਹੁਣ ਗਾਈਡ ਕੌਣ ਕਰੇਗਾ, ਮੇਰੀ ਪੈਸ਼ਨ ਕਿੰਨਾ ਹੈ ਮੇਰੇ ਜੀਵਨ ਵਿੱਚ। ਜਾਂ ਜਿਹਦਾ ਇਮੋਸ਼ਨਲ એનર્ਜੀ ਜਿਹੜੀ ਮੇਰੀ ਹੈ, ਭਾਵਨਾ, ਉਹ ਮੇਰੇ ਕੋਲ ਕਿੰਨੀ ਹੈ। ਪੈਸ਼ਨ ਦਾ ਰਿਲੇਸ਼ਨ ਭਾਵਨਾ ਨਾਲ ਵੀ ਹੈ। ਪੈਸ਼ਨ ਇੱਕ ਕਮਿਟਡ એનર્ਜੀ ਹੈ,
ਉਹ એનર્ਜੀ ਸਾਨੂੰ ਇਮੋਸ਼ਨਸ ਤੋਂ ਡਰਾਈਵ ਹੋ ਰਹੀ ਹੈ, ਉੱਥੋਂ ਹੀ ਅਸੀਂ ਲੈ ਰਹੇ ਹਾਂ। ਤਾਂ ਜੋ ਮੈਂ ਸੁਣਦਾ ਵਾਂ ਜੀਵਨ ਵਿੱਚ, ਸੁਣਨ ਦਾ ਮਤਲਬ ਜੋ ਮੈਂ ਅਬਜ਼ੌਰਬ ਕੀਤਾ ਮਨ ਵਿੱਚ, ਜੋ ਮਨ ਨੇ ਮੇਰੇ ਅਬਜ਼ੌਰਬ ਕੀਤਾ ਜੀਵਨ ਬਾਰੇ, ਜੀਵਨ ਦੇ ਐਕਸਪੀਰੀਅੰਸ ਬਾਰੇ, ਜੀਵਨ ਦੀ ਐਸੋਸੀਏਸ਼ਨਸ ਬਾਰੇ, ਜੀਵਨ ਦੇ ਅਲੱਗ-ਅਲੱਗ ਕਮਿਟਮੈਂਟਸ ਬਾਰੇ, ਇਹ ਸਾਰਾ ਕੁਝ ਹੁਣ ਮੇਰੇ ਮਨ ਦੇ ਵਿੱਚ ਸੁਣੇ ਦੇ ਰਸਤੇ ਅਬਜ਼ੌਰਬ ਹੋ ਗਿਆ ਹੈ। ਅਗਰ ਮੈਂ ਅਬਜ਼ੌਰਪਸ਼ਨ ਸੁਣਨੇ ਕਹਿਣਾ ਕਿ ਅਬਜ਼ੌਰਬ ਕਰਨਾ ਮਨ ਦਾ ਸੁਣਨਾ ਹੈ, ਅੱਖਾਂ ਦਾ ਵੀ ਸੁਣਨਾ, ਅੱਖਾਂ ਦਾ ਵੀ ਦੇਖਣਾ ਮਨ ਦਾ ਸੁਣਨਾ ਹੈ, ਔਰ मेरा जो कुछ करना है एक्सपीरियंस है वो भी मन का ही सुनना है। मन सब कुछ सुन रहा है, तो मन दे विच सारा कुछ कंपाइल हो गया है। हुण इस कारण करके मन अनस्टेबल है, मन का ध्यान उत्थे लगेगा जो उहदे अंदर है। अगर ਅਸੀਂ ਉੱਪਰੋਂ ਨਾਮ ਪੇਸ਼ ਕਰਨਾ ਚਾਹਾਂਗੇ ਤਾਂ ਉਹ ਹੌਲੇ ਹੌਲੇ ਸਨੇ ਹੋਏਗਾ ਜਦੋਂ ਮੇਰਾ ਚਾਅ ਜਗੇਗਾ। ਚਾਅ ਦਾ ਮਤਲਬ ਹੋਇਆ ਜਦੋਂ ਮੇਰਾ ਕੀਨ ਇੰਟਰਸਟ ਹੋ ਜਾਏਗਾ ਨਾਮ ਵੱਲ, ਜਦੋਂ ਮੇਰੀ એનર્ਜੀ ਕਮਿਟਮੈਂਟ ਹੋ ਜਾਏਗੀ ਨਾਮ ਵੱਲ, ਤਾਂ ਮੇਰੇ ਮਨ ਦਾ ਚਾਅ ਜਗਦਾ ਹੈ। ਔਰ ਜਦੋਂ ਚਾਅ ਜਗਦਾ ਹੈ ਫਿਰ ਉੱਥੇ ਭਾਵਨਾ ਸਾਨੂੰ ਗਾਈਡ ਕਰਦੀ ਹੈ। ਇਹ ਰਸਤੇ ਨੇ ਜੀਵਨ ਨੂੰ ਜਾਣਨ ਦੇ, ਜੀਵਨ ਨੂੰ ਸਿੱਖਣ ਦੇ, ਜੀਵਨ ਨੂੰ ਸਮਝਣ ਦੇ। ਗੁਰੂ ਨਾਨਕ ਸਾਹਿਬ ਨੇ ਸੁਣੀਏ ਦੀ ਪੌੜੀਆਂ ਨੂੰ ਇਤਨਾ ਇੰਪੋਰਟੈਂਸ ਦਿੱਤੀ ਹੈ ਇਸ ਕਾਰਨ ਕਰਕੇ ਕਿ ਸੁਣੀਏ ਜਿਹੜਾ ਹੈ ਮਨ ਦਾ ਸੁਣਨਾ, ਇਹ ਮੇਰੇ ਮਨ ਦੇ ਫਿਊਚਰ ਨੂੰ ਡਿਫਾਈਨ ਕਰਦਾ ਹੈ, ਮੇਰੇ ਫਿਊਚਰ ਨੂੰ ਡਿਫਾਈਨ ਕਰਦਾ ਹੈ। ਮੈਂ ਕਿਹਨਾਂ ਚੀਜ਼ਾਂ ਨੂੰ ਸੁਣਦਾ ਹਾਂ, ਅਬਜ਼ੌਰਬ ਕਰਦਾ ਹਾਂ ਮਨ ਵਿੱਚ, ਕਿਹਨਾਂ ਵਸਤੂਆਂ ਨਾਲ ਸਾਂਝ ਪਾ ਲੈਂਦਾ ਹਾਂ, ਤਾਂ ਮੇਰਾ ਮਨ ਉਸ ਪਾਸੇ ਟੁਰ ਪਏਗਾ। और अगर अध्यात्म मार्ग मेरा सुनना है, अगर अध्यात्म मार्ग मेरा टारगेट है, ब्रह्म ज्ञान मेरा टारगेट है, तो सुनिए शुरुआत है मन नू नकेल पाण दी, मन नू जितन दी। मन नू अगर ट्रांसेंड करना है तो सुनिए तो चलेगी कहानी। जेड़े मन दे विच विघन हन वो सुनिए करके दूर हो सकते हैं, सुनन करके, अब नवीं चीज़ां अबजॉर्ब करन करके। क्योंकि एक मन का सुनना तो वो है जो पहले ही संस्कार मन विच हन, और एक मन का सुनना है कि मैं बाणी नू मन विच वसांदा हाँ, बाणी नू घर लै जांदा हाँ, नाम नू घर लै जांदा हाँ, और शब्द नू मन विच वसांदा हाँ। एक तरीका हो गया थॉट्स नू रिप्लेस करन दा। यह हुण कंडीशनड माइंड दे अंदर ही है सब कुछ, पर थॉट्स रिप्लेस हो जाणगियां। साडे वीर लोग अज मिशनरी कॉलेज वाले बहुत अच्छा काम कर रहे हैं, ये थॉट लेवल के उपर शब्द दी विचार थॉट्स दे विच करन नाल मन दी थॉट्स बदलदियां हन। पर एक चीज मैं आप नू बेनती करांगा, मन दा बहुता नेचर नहीं बदली होएगा। मन दी जिहड़ी परेशानियां हन, डूंगे संस्कार ने, वो काबू नहीं आ पाएंगे इस तरह सिर्फ थॉट लेवल ते शब्द नू विचारन नाल। मेरी यह सबमिशन है, उहदे वास्ते सानू
ਥਾਟ ਦੇ ਬਿਯੋਂਡ ਜਾਣਾ ਪਏਗਾ, ਮਨ ਦੀ ਉਹਨਾਂ ਗਹਿਰਾਈਆਂ ਵਿੱਚ ਜਿੱਥੇ ਜਪ ਦਾ ਅਸਰ ਆਉਂਦਾ ਹੈ। ਜਦੋਂ ਜਪ ਤਪ ਬਣ ਜਾਂਦਾ ਹੈ, ਉਹ ਚੇਂਜ ਲਿਆਂਦਾ ਹੈ। ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਸਕ ਉਜਲ ਹੋਈ ਹੈ। ਨਿਤ ਧਿਆਈਏ ਹਰ ਪੁਰਖ ਨਿਰੰਜਨਾ। ਇਹ ਜਿਹੜੀ ਜਪ ਦੀ ਅਵਸਥਾ ਹੈ, ਇਹ ਤਪ ਬਣ ਜਾਂਦੀ ਹੈ ਕੁਝ ਸਮੇਂ ਬਾਅਦ। ਤਪ ਦਾ ਮਤਲਬ ਚੇਂਜ ਲਿਆਉਂਦੀ ਹੈ। ਅਸੀਂ ਪਾਣੀ ਗਰਮ ਕੀਤਾ, 100 ਡਿਗਰੀ ਤੱਕ ਗਰਮ ਹੋਇਆ ਤਾਂ ਉਬਲਣਾ ਸ਼ੁਰੂ ਹੋ ਗਿਆ, ਇਹ ਤਪ ਸਮਝ ਲਈਏ। ਇੱਕ ਪੜਾਅ ਤੋਂ ਬਾਅਦ ਜਪ ਜਿਹੜਾ ਹੈ ਉਹ ਤਪ ਬਣ ਗਿਆ, ਚੇਂਜ ਲਿਆਇਆ, ਨੇਚਰ ਨੂੰ ਬਦਲ ਦਿੱਤਾ ਉਸਨੇ। ਅਸੀਂ ਪਾਣੀ ਗਰਮ ਕਰੀਏ 70 ਡਿਗਰੀ ਤੱਕ, ਫਿਰ ਠੰਡਾ ਕਰ ਲਈਏ, ਫਿਰ 70 ਡਿਗਰੀ ਤੱਕ, ਫਿਰ ਠੰਡਾ ਕਰ ਲਈਏ, ਤਾਂ ਫਿਰ ਉਹ ਚੇਂਜ ਨਹੀਂ ਲਿਆਏਗੀ। ਜਪ ਤਾਂ ਫਿਰ ਵੀ ਕਰ ਰਹੇ ਹਾਂ। ਇਸ ਕਰਕੇ ਮਹਾਰਾਜ ਸਾਨੂੰ ਕਹਿੰਦੇ ਆ ਨਿਤ, ਇਹਨੂੰ ਨਿਤ ਕਰੋ ਭਾਈ। ਦੇਖੋ ਗੁਰੂ ਨਾਨਕ ਸਾਹਿਬ ਜਿਹੜੇ ਨੇ ਨਾ, ਉਹ ਬ੍ਰਹਮ ਗਿਆਨ ਦੀ ਅਵਸਥਾ ਨਾਲ ਜੋੜਨ ਲਈ ਸਾਨੂੰ ਪ੍ਰੇਰਦੇ ਹਨ, ਪਰ ਨਾਲ ਇਹ ਸਮਝਾਉਂਦੇ ਹਨ ਕਿ ਇਹ ਬਹੁਤ ਸਿੰਪਲ ਜੁਗਤੀ ਨਾਲ ਹੋ ਜਾਂਦਾ ਹੈ। ਇਸ ਪੌੜੀ ਵਿੱਚ ਵੀ ਜੁਗਤ ਵਰਡ ਯੂਜ਼ ਕਰਨਗੇ ਉਹ, ਜੋਗ ਜੁਗਤ ਤਨ ਭੇਦ। ਗੱਲ ਕੀ ਹੋ ਗਈ ਕਿ ਜਿਹੜੀ ਬਾਣੀ ਹੈ, ਇਹਦੀ ਭਾਸ਼ਾ ਸਾਡੇ ਤੋਂ ਦੂਰ ਹੋ ਗਈ, ਤਾਂ ਇਹਨਾਂ ਦੇ ਮੀਨਿੰਗ ਸਾਨੂੰ ਸਮਝਣ ਵਿੱਚ ਮੁਸ਼ਕਿਲ ਹੋ ਗਈ। ਦੂਸਰਾ, ਸਾਡਾ ਨੇਚਰ ਆਫ ਮਾਈਂਡ ਬਦਲ ਗਿਆ। ਅਸੀਂ ਇਨਕੁਆਇਰੀ ਕਰਨ ਵਾਸਤੇ ਜਿਤਨੀ ਐਨਰਜੀ ਚਾਹੀਦੀ ਹੈ, ਉਹ ਕਮਿਟ ਹੀ ਨਹੀਂ ਕਰ ਪਾ ਰਹੇ ਹਾਂ। ਸਮਾਂ ਦੀ ਇਤਨੀ ਜ਼ਿਆਦਾ ਕਮਿਟਮੈਂਟ ਸਾਡੀਆਂ ਹੋਰ ਨੇ ਜੀਵਨ ਦੀਆਂ, ਕਿ ਨਾਮ ਵਾਸਤੇ ਸਮਾਂ ਥੋੜਾ ਰਹਿੰਦਾ ਹੈ। ਨਾਮ ਦੀ ਸ਼ਕਤੀ ਥੋੜੀ ਰਹਿ ਜਾਂਦੀ ਹੈ, ਨਾਮ ਨੂੰ ਜਾਣਨ ਦੀ ਸ਼ਕਤੀ ਜਿਹੜੀ ਹੈ ਉਹ ਘਟ ਜਾਂਦੀ ਹੈ। ਪਹਿਲਾਂ ਜੀਵਨ ਵਿੱਚ ਸਮਾਂ ਬੜਾ ਸੀ, ਸ਼ਕਤੀ ਬੜੀ ਸੀ। ਜਦੋਂ ਸਰਲ ਜੀਵਨ ਸੀ, ਉਦੋਂ ਇਨਕੁਆਇਰੀ ਕਰਨ ਵਾਲਾ ਜੋ ਅਗਰ ਕੋਈ ਸੀ ਤੇ ਉਹਨੂੰ ਮਿਲ ਜਾਂਦਾ ਸੀ। ਅੱਜ ਇਨਕੁਆਇਰੀ ਸ਼ਾਇਦ ਸਾਡੀ ਜ਼ਿਆਦਾ ਹੋ ਗਈ, ਕਿਉਂਕਿ ਮਨ ਪਰੇਸ਼ਾਨ ਜ਼ਿਆਦਾ ਹੋ ਗਿਆ। ਇੱਕ ਤਰ੍ਹਾਂ ਦੀ ਤੜਫਨ ਹੋ ਗਈ ਹੈ। ਹਾਲਾਂਕਿ ਉਸ ਤੜਫਨ ਦਾ ਸਾਨੂੰ ਸਮਝ ਨਹੀਂ ਆ ਰਿਹਾ ਕਿ ਕਰਨਾ ਕੀ ਹੈ, ਔਰ ਗੁਰਬਾਣੀ ਕੀ ਕਹਿ ਰਹੀ ਹੈ, ਇਹਦੇ ਬਾਰੇ ਬੜੀ ਕਨਫਿਊਜ਼ਨ ਨੇ ਸਾਡੇ ਮਨ ਵਿੱਚ। ਪਰ ਜਿਹੜੀ ਚੀਜ਼ਾਂ ਸਿੱਧੇ ਤਰੀਕੇ ਨਾਲ ਗੁਰੂ ਸਾਹਿਬ ਬੜੇ ਕਲੀਅਰਲੀ ਸਮਝਾ ਦਿੰਦੇ ਹਨ, ਔਰ ਉਹਨਾਂ 'ਚ ਕੋਈ ਡਾਊਟ ਨਹੀਂ ਹੁੰਦਾ, ਉਹਨਾਂ ਨੂੰ ਕਮਾਣਾ ਤਾਂ ਬਣਦਾ ਹੀ ਹੈ। ਜਨ ਨਾਨਕ ਕੋ ਗੁਰੇ ਮਤੀ ਨੀ, ਜਪ ਹਰ ਭਵ ਜਲ ਤਰਨਾ। ਇਹ ਸੁਣੀਏ ਦੀ ਇੱਕ ਡਾਇਮੈਂਸ਼ਨ ਹੈ ਜਪ। ਅਸੀਂ ਸੁਣੀਏ ਦੇ ਵਿੱਚ ਉਤਰੀਏ ਤਾਂ ਸਾਨੂੰ ਸਮਝ ਆਏ ਕਿ ਜੀਵਨ ਜਿਹੜਾ ਹੈ ਉਹ ਇਸ ਮਨ ਨੂੰ ਜਿੱਤਣ ਦੀ ਵਿਧੀ ਜਿਹੜੀ ਹੈ ਉਹ ਸੁਣਨੇ ਤੋਂ ਸ਼ੁਰੂ ਹੋਣੀ ਹੈ। ਇਸ ਮਨ ਦੀ ਟ੍ਰਾਂਸਫਰਮੇਸ਼ਨ ਜਿਹੜੀ ਹੈ ਉਸ ਤੋਂ ਸ਼ੁਰੂ ਹੋਣੀ ਹੈ ਕਿ ਮਨ ਦੇ ਵਿੱਚ ਹੁਣ ਅਸੀਂ ਵਸਤੂ ਕਿਹੜੀ ਪਾਉਣ ਲੱਗੇ ਹਾਂ। ਇਸ ਕਰਕੇ ਸੰਗਤ ਇੰਪੋਰਟੈਂਟ ਹੋ ਜਾਂਦੀ ਹੈ। ਉਹ ਵੀ ਚੰਦਨ ਹੋਏ ਲੈ ਬਸੇ ਜੋ ਚੰਦਨ ਪਾਸ। ਜਦੋਂ ਅਸੀਂ ਇਹੋ ਜਿਹੇ ਲੋਕਾਂ ਦੇ ਆਲੇ ਦੁਆਲੇ ਰਹਿੰਦੇ ਹਾਂ ਜਿਹੜੇ ਨਾਮ ਅਭਿਆਸੀ ਹੁੰਦੇ ਨੇ, ਫਿਰ ਉਹ ਸੌਖਾ ਜੰਗ ਚੜ੍ਹਦਾ ਅਗਰ ਅਸੀਂ ਓਪਨ ਮਾਈਂਡਡ ਹੋਈਏ ਤਾਂ। ਨਹੀਂ ਤਾਂ ਕੋਈ ਜ਼ਰੂਰੀ ਨਹੀਂ ਹੈ। ਕਿਤਨੇ ਲੋਕ ਆਉਂਦੇ ਜਾਂਦੇ ਨੇ ਗੁਰੂਆਂ ਦੇ ਆਲੇ ਦੁਆਲੇ, ਸਭ ਨੂੰ ਬ੍ਰਹਮ ਗਿਆਨ ਨਹੀਂ ਮਿਲਦਾ ਹੈ, ਕਿਉਂਕਿ ਸਭ ਮੰਗਦੇ ਹੀ ਨਹੀਂ ਹਨ। ਅਗਰ ਅਸੀਂ ਮੰਗਾਂਗੇ ਤਾਂ ਸਾਨੂੰ ਮਿਲੇਗਾ। ਇਹ ਤੇ ਗੁਰੂ ਹੁਣ ਕਮਿਟ ਕਰ ਰਿਹਾ ਹੈ ਨਾ ਸਾਨੂੰ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ।
ਇੱਥੇ ਤੇ ਗੁਰੂ ਨੇ ਆਪਣੇ ਆਪ ਨੂੰ ਬਿਲਕੁਲ ਕਮਿਟਮੈਂਟ ਕਰ ਦਿੱਤੀ ਹੈ। ਸਾਡਾ ਧੋਖਾ ਹੈ, ਚਲਾਕੀਆਂ ਨੇ ਸਾਡੀਆਂ। ਅਸੀਂ ਦਰਅਸਲ ਨਹੀਂ ਮੰਗਦੇ ਹਾਂ, ਰੰਗ ਨਹੀਂ ਚੜੇ ਹੈ ਸਾਡੇ ਕੋਲ। ਤਾਂ ਇੱਥੇ ਕਥਾ ਔਰ ਕੀਰਤਨ ਅਗਰ ਦੋ ਪਹਿਲੂ ਦੇਖੀਏ ਸਿੱਖੀ ਦੇ, ਤਾਂ ਇੱਥੇ ਜੀਵਨ ਕਥਾ ਗੁਰੂਆਂ ਦੀ ਜ਼ਰੂਰੀ ਹੋ ਜਾਂਦੀ ਹੈ। ਉਹ ਸਾਨੂੰ ਗਾਈਡ ਕਰਦੀ ਹੈ ਫਿਰ ਕਿ ਅਧਿਆਤਮ ਦੇ ਮਾਰਗ ਵਿੱਚ ਅਸੀਂ ਕਿਹੜੀਆਂ ਗਲਤੀਆਂ ਕਰ ਰਹੇ ਹਾਂ। ਕੀਰਤਨ ਸਾਡਾ ਧਿਆਨ ਹੈ, ਸ਼ਬਦ ਧਿਆਨ। ਸੁਣਨ ਦੀ ਇੱਕ ਹੋਰ ਵਿਧੀ ਹੈ, ਜਿਹੜੀ ਸੁਣੀਏ ਵਿੱਚ ਮੈਂ ਆਪਣੇ ਮਨ ਨੂੰ ਬਦਲ ਦਿੰਦਾ ਹਾਂ, ਨਾਮ ਵਿੱਚ ਲੈ ਜਾਂਦਾ ਹਾਂ। ਕੀਰਤਨ ਦਾ ਇਹ ਅਭਿਆਸ ਜਿਹੜਾ ਹੈ ਗੁਰੂ ਨਾਨਕ ਸਾਹਿਬ ਨੇ ਸਾਨੂੰ ਸੌਖਾ ਬਖਸ਼ਿਆ ਹੈ, ਤਾਂ ਕਿ ਅਸੀਂ ਮਨ ਨੂੰ ਘੱਟ ਐਨਰਜੀ ਵੇਸਟ ਕਰਕੇ ਮਨ ਦੇ ਉੱਪਰ ਰੰਗ ਚੜਾ ਲਈਏ, ਮਨ ਨੂੰ ਬਦਲ ਦਈਏ। ਇਹਨੂੰ ਹੁਣ ਵਿਚਾਰਨਾ ਬਣਦਾ ਹੈ ਕਿ ਜੋ ਸ਼ਬਦ ਦੀ ਇਹ ਹੁਣ ਅੱਜ ਦੀ ਪੌੜੀ ਅਗਰ ਕੋਈ ਪੜ੍ਹਦੇ ਵੀਰ, ਫਿਰ ਅਸੀਂ ਇਹਨੂੰ ਸ਼ਬਦ ਵਿਚਾਰ ਲਈਏ। ਸੁਣਿਐ ਈਸ਼ਰ ਬਰਮਾ ਈਸ, ਸੁਣਿਐ ਮੁਖ ਸਲਾਹਨ ਮੰਦ, ਸੁਣਿਐ ਜੋ ਜੁਗਤ ਤਨ ਭੇਦ, ਸੁਣਿਐ ਸ਼ਾਸਤਰ ਸਿਮਰਤ ਵੇਦ, ਨਾਨਕ ਭਗਤਾਂ ਸਦਾ ਵਿਕਾਸ, ਸੁਣਿਐ ਦੁਖ ਪਾਪ ਕਾ ਨਾਸ਼। ਮਹਾਰਾਜ ਇਹੋ ਜਿਹਾ ਇਮੇਜਿਨ ਕਰੀਏ ਕਿ ਜਿਸ ਤਰ੍ਹਾਂ ਆਕਾਸ਼ ਵਿੱਚ ਸ਼ਬਦ ਵਿਆਪਕ ਹੈ ਔਰ ਸ਼ਬਦ ਸਾਰੀ ਜਗ੍ਹਾ ਵਿਆਪਕ ਹੈ, ਔਰ ਉਹਨੂੰ ਉਹਦੇ ਨਾਲ ਜੁੜਨ ਲਈ ਸਾਨੂੰ ਗੁਰੂ ਪੁਕਾਰਦਾ ਹੈ। ਸ਼ਬਦ ਨਾਲ ਸਾਂਝ ਪਾਉਣ ਲਈ ਅਸੀਂ ਕਿਹੜਾ ਰਸਤਾ ਅਪਣਾਵਾਂਗੇ? ਪਹਿਲੇ ਸ਼ਬਦ ਨੂੰ ਸੁਣਾਂਗੇ, ਫਿਰ ਸ਼ਬਦ ਸਾਡੇ ਘਰ ਘਰ ਜਾਏਗਾ ਮਨ ਦੇ ਵਿੱਚ, ਔਰ ਫਿਰ ਸ਼ਬਦ ਜਿਹੜਾ ਹੈ ਉਹ ਨਿਰੰਤਰ ਸ਼ਬਦ ਮਨ ਦੇ ਨਾਲ ਰਹਿ ਕੇ ਮਨ ਨੂੰ ਟਰਾਂਸਫਾਰਮ ਕਰਨ ਵਿੱਚ ਹੈਲਪ ਕਰੇਗਾ, ਵੇਨ ਥਿੰਕਿੰਗ ਘਟਾ ਦੇਗਾ ਔਰ ਉਹਨਾਂ ਚੀਜ਼ਾਂ ਤੋਂ ਤੋੜ ਦੇਗਾ ਜਿਹੜੀਆਂ ਦੁਨਿਆਵੀ ਪੱਖ ਤੋਂ ਮੈਨੂੰ ਦੁੱਖ ਦੇ ਰਹੀਆਂ ਹਨ, ਪਰੇਸ਼ਾਨ ਕਰ ਰਹੀਆਂ ਹਨ। ਕਿਉਂਕਿ ਸ਼ਬਦ ਮੇਰੇ ਮਨ ਨੂੰ ਸ਼ਾਂਤ ਕਰੇਗਾ, ਸ਼ਬਦ ਮੈਨੂੰ ਨਾਮ ਨਾਲ ਜੋੜੇਗਾ, ਸ਼ਬਦ ਮੈਨੂੰ ਆਨੰਦ ਦੇ ਰੂਪ ਵਿੱਚ ਲੈ ਜਾਏਗਾ। ਜਦੋਂ ਇਹ ਆਨੰਦ ਦੀ ਸਾਂਝ ਇੱਕ ਤਪ ਬਣ ਜੇ, ਨਾਮ ਜਪਿਆ 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 ਇੱਕ ਤਪ ਬਣ ਜਾਏ, ਤਾਂ ਗੁਰ ਪ੍ਰਸਾਦ ਦੀ ਵਰਖਾ ਮਨ ਵਿੱਚ ਉਤਰੇਗੀ। ਮਨ ਦੇ ਵਿੱਚ ਹੁਣ ਆਨੰਦ ਦਾ ਰੂਪ ਸਦਾ ਹਾਜ਼ਰ ਹੋਏਗਾ। ਦਰਵਾਜ਼ੇ ਖੁੱਲ ਗਏ ਹਨ। ਹੁਣ ਕਿਧਰੇ ਗਲਤੀਆਂ ਕਰ ਕਰਕੇ ਆਪਣੀਆਂ ਮੈਂ ਫਿਰ ਵੀ ਇੱਧਰ ਉੱਧਰ ਭਟਕ ਜਾਂਦਾ ਹਾਂ, ਪਰ ਅਖੀਰ ਘਰ ਆ ਕੇ ਆਨੰਦ ਨੂੰ ਮੈਂ ਮਿਲ ਲੈਂਦਾ ਹਾਂ। ਸਾਨੂੰ ਇਸ ਵਿਧੀ ਦੇ ਸਹਾਰੇ ਮਨ ਦੇ ਵਿੱਚ ਇਤਨਾ ਜਪ ਕਰਨਾ ਹੈ ਕਿ ਇਹ ਤਪ ਬਣ ਜੇ, ਗੁਰ ਪ੍ਰਸਾਦ ਦੀ ਵਰਖਾ ਹੋ ਜੇ। ਉਹਦੇ ਲਈ ਭਾਵਨਾ, ਪੈਸ਼ਨ, ਧਿਆਨ ਔਰ ਸ਼ਬਦ, ਇਹ ਤਿੰਨ ਚੀਜ਼ਾਂ ਚੱਲਦੀਆਂ ਨਾਲ ਨਾਲ। ਸਤਿਗੁਰ ਪੂਰਾ ਸ਼ਬਦ ਸੁਣਾਏ, ਅਨ ਦਿਨ ਭਗਤ ਕਰੇ ਲਿਵ ਲਾਏ। ਸ਼ਬਦ ਦੇ ਸੁਣਦੇ ਹੀ ਸਾਡੀ ਲਿਵ ਲੱਗ ਜਾਂਦੀ ਹੈ। ਫਿਰ ਅਸੀਂ ਲਿਵ ਥੋੜੀ ਦੇਰ ਲਗਾ ਰਹੇ ਹਾਂ ਕਿ ਲਿਵ ਸਦਾ ਲਈ ਲੱਗ ਗਈ ਹੈ, ਇਹ ਡਿਪੈਂਡ ਕਰਦਾ ਹੈ ਅਸੀਂ ਕਿਤਨਾ ਸਮਾਂ ਸ਼ੁਰੂ ਚ ਦਿਆਂਗੇ। ਬਾਅਦ ਵਿੱਚ ਰੰਗ ਚੜ ਗਿਆ ਤਾਂ ਗੁਰੂ ਸਾਡੇ ਜੀਵਨ ਵਿੱਚ ਹਾਜ਼ਰ ਰਹਿਣਗੇ, ਤਾਂ ਵੈਸੇ ਵੀ ਹਾਜ਼ਰ ਹਨ, ਪਰ ਆਨੰਦ ਦੇ ਰੂਪ ਵਿੱਚ ਦਰਸ਼ਨ ਮਨ ਵਿੱਚ ਹੋ ਜਾਣਗੇ। ਇਹ ਸ਼ਬਦ ਸੁਣਾਉਂਦਾ ਹੈ ਗੁਰੂ, ਕਿਵੇਂ ਸੁਣਾਉਂਦਾ ਹੈ?
शब्द गुरु है। मैं वैखरी बाणी विच बैठ के ध्यान नाल मूल मंत्र पढ़िया है तो मन दा और मूल मंत्र दी एक सांझ हो गई है। मूल मंत्र अखरा नहीं सानू हाजिर है, पर मूल मंत्र विच शब्द दे दर्शन हैं। थोड़ा जा भेद मैं पा रहा समझण वास्ते। शब्द मूल मंत्र है, इहदे च कोई डाउट नहीं है, पर वैखरी बाणी विच बोलदे होए जदों मैं मूल मंत्र बोल रहा हाँ तां शब्द दियां वाइब्रेशनस मेरे घर घर जांदियां हन। ਇਹ ਨਿਰੰਕਾਰ ਮੈਨੂੰ ਸ਼ਬਦ ਸੁਣਾ ਰਿਹਾ ਹੈ। ਇਹ ਵਾਈਬ੍ਰੇਸ਼ਨ ਸ਼ਬਦ ਦੀਆਂ ਹਰ ਜਗ੍ਹਾ ਹਰ ਸਥਾਨ ਤੇ ਨਿਰੰਕਾਰ ਦੀਆਂ ਝਲਕੀਆਂ ਹਾਜ਼ਰ ਹਨ। ਅਸੀਂ ਕਿੱਥੇ ਪਕੜ ਪਾਈਏ ਕਿ ਨਾ ਪਕੜ ਪਾਈਏ, ਇਹ ਸਾਡੇ ਮਨ ਦੇ ਕੜਨ ਤੇ ਡਿਪੈਂਡ ਕਰਦਾ ਹੈ। ਅਸੀਂ ਕਿਤਨਾ ਸ਼ਬਦ ਨਾਲ ਮਨ ਨੂੰ ਕੜਿਆ ਹੈ, ਕਿਤਨੀ ਸ਼ਾਨ ਸ਼ਬਦ ਦੀ ਪਾਈ ਹੈ। नाल नाल कुछ संस्कार भी चलते ने, कुछ होर कारण भी आ जाते हैं, पर जरूरी गल है कि मैं जहाज ते चढ़ गया कि नहीं चढ़िया। नदी दे पार जाने वास्ते मैं वो जिहड़ी नाम दी किश्ती है उहदे च मन नूं कमिट कीता है कि नहीं कीता है। साहिब कहंदे ने तीरथ शब्द विचार अंतर ज्ञान है। तीरथ ते जाना है, शब्द विचारो मतलब मन नू बदल देओ। शब्द नू सुनांगे, मन जब शब्द नू सुनेगा मन बदल जाएगा। हण असी कहते हैं मन नहीं लग रहा, जितना सौखा कर सको नाम अभ्यास नू कर दईए। जब जी साहब पहले उतरन तो पहला मूल मंत्र का ही फिर करिए अभ्यास, इन्नी सांझ पा लीए कि नैचुरल हो जाए। ताकि यह सानू सुनन वास्ते मन नू अब्जॉर्व करने लई सौखा हो जाए। जिवें महाराज सानू कह रहे पंज शब्द तह पूर्ण नाद। शब्द जिहड़ा है यह नाद रूप विच है, इहदे पिछे एक नाद चलदा है, नाल नाल यह मन पकड़दा है इस नाद नूं। तां मैं सुणदा वां अनहद बाजे अचरज बिस्माद। हुण की रह गया होर, बिना हद दे बाजे अनहद नाद वो बिस्माद ले आएगा मन विच। मैं बाहर दे जेड़े पटकण पटकदा हाँ, जेड़ा मैं लभदा वां मैनूं चाहीदा है, दो लोग हार पा लैण, तीन लोग ताड़ियां मार लैण, मैं अपने आप नूं अच्छा महसूस करांगा, पर वो सारे ईगो सेंटर्स ने। असीं कर तां सकदे हां, पर साडे ईगो नूं ताकत देणगे, नाम नूं नहीं। महाराज असी इस चीज नूं जरूर जाणीए कि जीवन विच उतरदे होए असी उस पानी नाल वा पाना है जिहड़ा अमृत है, जिहड़ा नाम रूपी मेरे विच बरखा करके मैनू शांत कर देगा, मैनू आनंद रूप कर देगा। उस पानी नाल वाह नहीं पाना है जिहड़ा मैनू दलदल वल लै जाएगा। इन्हां दे भी कुछ कारण मन दे संस्कारां नाल वाह रखते हैं। कई बार असी मन नू इस तरह ढाल लेंदे हां कि रहा नहीं जाता, फिर क्योंकि संस्कार इन्ने कमिटमेंट इन्नी होई हुई है उस पासे नू कि वो स्पॉन्टेनिटी आ जाती है, सोचे बिना उस पासे टुर पैंदा है। किस पासे? ईगो दे पासे। कोई गल नहीं है, महाराज कहते जदों प्रेम का बाण बचेगा पाल जाएगा। फिर
ਜਿਸ ਦਿਨ ਨਾਮ ਦਾ ਪ੍ਰੇਮ ਦਾ ਬਾਣ ਬਚੇਗਾ ਤਾਂ ਅਸੀਂ ਉਸ ਭਾਵਨਾ ਦੇ ਸਹਾਰੇ ਚੱਲਣਾ ਹੈ। ਸਾਡੇ ਕੋਲ ਇੱਕ ਭਾਸ਼ਾ ਤੇ ਆ ਗਈ ਹੈ, ਜੇ ਹੋਰ ਕੁਝ ਨਹੀਂ ਕਰਾਂਗੇ ਤੇ ਰੋ ਲਵਾਂਗੇ, ਉਹ ਵੀ ਤਾਂ ਭਾਵਨਾ ਹੈ। ਉਹ ਕਿਹੜਾ ਕੋਈ ਸਾਡਾ ਰੋਣਾ ਨਹੀਂ ਸੁਣਦਾ, ਉਹ ਤਾਂ ਸਭ ਕੁਝ ਸੁਣਦਾ ਹੈ। ਉਹ ਤਾਂ ਸਾਰੀ ਸਾਡੀ ਅਵਸਥਾ ਮਨ ਦੀ ਜਾਣਦਾ ਹੈ। ਅਸੀਂ ਤਾਂ ਇਸ ਚੀਜ਼ ਨੂੰ ਉਡੀਕਣਾ ਹੈ ਕਿ ਉਹ ਸ਼ਬਦ ਜਿਹੜਾ ਸਾਨੂੰ ਸੁਣਾਂਗੇ, ਜਦੋਂ ਮਨ ਵਿੱਚ ਘਰ ਕਰੇਗਾ ਤਾਂ ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ। ਗੁਰੂ ਅਮਰਦਾਸ ਦੀ ਆਵਾਜ਼ ਮਾਰਦੇ ਨੇ ਕਿ ਸ਼ਬਦ ਦੇ ਵਿੱਚ ਕਨੇਰੇ ਗਹਿਨ ਐਕਸਪੀਰੀਅੰਸ ਹੋ ਜਾਏ, ਇੱਕ ਗਹਿਨ ਰੂਪ ਵਿੱਚ ਜਾਣ ਲਈਏ ਸ਼ਬਦ ਨੂੰ। ਸੁਣਨਾ ਅਸੀਂ ਸ਼ਬਦ ਨੂੰ ਹੈ, ਇਹ ਸੁਣੀਏ ਦੀ ਪੌੜੀਆਂ ਦਾ ਵਾਹ ਸ਼ਬਦ ਨਾਲ ਹੈ, ਮਨ ਨਾਲ ਹੈ। ਮਨ, ਸ਼ਬਦ ਔਰ ਸੁਣਨਾ, ਇਹ ਤਿੰਨ ਨੇ। ਜਦੋਂ ਮਨ ਔਰ ਸ਼ਬਦ ਹੀ ਰਹਿ ਗਿਆ, ਸੁਣਨ ਦਾ ਪ੍ਰੋਸੈਸ ਕੰਪਲੀਟ ਹੋ ਗਿਆ, ਤਾਂ ਇੱਕ ਮਨ ਦੇ ਵਿੱਚ ਸ਼ਬਦ ਵਸੇਗਾ, ਹੋਰ ਕੁਝ ਨਹੀਂ ਰਹੇਗਾ। ਮਹਾਰਾਜ ਕਹਿੰਦੇ ਹਨ, ਪਾਰ ਸਾਜਨ ਅਪਾਰ ਪ੍ਰੀਤਮ ਗੁਰ ਸ਼ਬਦ ਸੁਰਤ ਲੰਘਾਵੇ। ਪਾਰ ਸਾਜਨ ਅਪਾਰ ਪ੍ਰੀਤਮ ਗੁਰ ਸ਼ਬਦ ਸੁਰਤ ਲੰਘਾਵੇ। नदी के पार मेरा साजन है, मेरा प्रीतम है अपार, कोई लिमिट नहीं है ਉਹਦੇ ਚ प्रेम दी। ਤਾਂ मेरा गुरु ਦਾ शब्द और सुरत ਇਹ पार लगाएगा मैनू। मिल साध संगत करे रलिया फिर ना पछतावे। साध संगत, अंतर में शब्द वसाया है, बाहर संगत भी इहो जी रखी है जिहड़ी शब्द नूं रीइनफोर्स करती है। तो मेरे सारे प्राण विच शब्द रुझ जाएगा। जरूरी नहीं हुंदा कि बाहर दी संगत शब्द बोलेगी। कई बार अगर कोई अभ्यासी पुरुष होएगा उहदे नाल असीं बैठांगे तो साडा ध्यान भी लगना शुरू हो जाएगा। वो भी चंदन होए ले बसे जो चंदन पास। सुनन दी प्रक्रिया ध्यान दी प्रक्रिया है। शब्द दा ध्यान करना शब्द नूं सुनन दी विधि है। ये डायमेंशनस हैं सुनन दी। मेरे मन विच ए शब्द वस जाए, मेरे वच मेरी हौमे गिर जाए, सेवा सुरत शब्द चित लाए, हौमे मार सदा सुख पाए पाया, माया मोह चुकावनिया, हौमे मार सदा सुख पाया। ਇਹ ਜਿਹੜੀ ਟ੍ਰਾਂਸਫਰਮੇਸ਼ਨ ਹੈ, ਜਿੱਥੋਂ द्वैत ਦੇ ਮਨ ਨੂੰ ਟ੍ਰਾਂਸੈਂਡ ਕਰਕੇ ਮੈਂ ਇਕਾਗਰ ਮਨ ਵਿੱਚ ਉਤਰ ਜਾਂਦਾ ਵਾਂ, ਇਹਨੂੰ ਮੈਂ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਕੋਈ ਇਹੋ ਜਿਹੇ ਲੋਕ ਹੋਣ ਜਿਨ੍ਹਾਂ ਨੂੰ ਐਕਸਪੀਰੀਅੰਸ ਹੋਏ ਸਾਡੇ ਪੰਥ ਵਿੱਚ, ਉਹਨਾਂ ਨੂੰ ਇਹਦੀ ਗੱਲ ਚਲਾਉਣੀ ਚਾਹੀਦੀ ਹੈ, ਕਿਉਂਕਿ ਇੱਥੇ ਹਉਮੈ ਮਰਦੀ ਹੈ। ਜਦੋਂ ਮੈਂ द्वैत ਮਨ ਨੂੰ ਛੱਡ ਕੇ ਇਕਾਗਰ ਮਨ ਵਿੱਚ ਉਤਰਦਾ ਹਾਂ, ਮੈਨੂੰ ਇਹਦਾ ਗਿਆਨ ਨਹੀਂ ਹੈ, ਪਰ ਕਿਸੇ ਨੂੰ ਹੋਏਗਾ। ਉਹ ਲੋਕ ਸਾਨੂੰ ਆ ਕੇ ਸਮਝਾਣ, ਸਾਡੇ ਨਾਲ ਸਾਂਝ ਪਾਣ, ਸਾਨੂੰ ਉਸ ਅਵਸਥਾ ਦਾ ਗਿਆਨ ਹੋ ਜਾਏ ਜਦੋਂ ਖਿੰਨ ਵਿੱਚ ਟ੍ਰਾਂਸਫਰਮੇਸ਼ਨ ਆਉਂਦਾ ਹੈ। ਖਿੰਨ ਵਿੱਚ
It gets done in less than a second. ਅਸੀਂ ਪੂਰੇ ਜਨਮ ਉਡੀਕਦੇ ਹਾਂ। ਇੱਥੇ ਬੜੀ ਘਾਟ ਹੋ ਜਾਂਦੀ ਹੈ ਸੰਗਤ ਦੀ, ਕਿਉਂਕਿ ਰੌਲਾ ਬੜਾ ਜ਼ਿਆਦਾ ਹੋ ਗਿਆ ਪੰਥ ਵਿੱਚ, ਜਜਮੈਂਟਸ ਬੜੀਆਂ ਹੋ ਗਈਆਂ। ਨਾਲੇ ਦੇਖੋ, ਅਸੀਂ ਕਿਸੇ ਨਾਲ ਪ੍ਰੇਮ ਨਾਲ ਬੈਠ ਕੇ ਗੱਲ ਕਰੀਏ, ਵਿਚਾਰ ਸਾਂਝੇ ਹੁੰਦੇ ਆ, ਕੁਝ ਅਸੀਂ ਸਮਝਦੇ ਹਾਂ, ਕੁਝ ਉਹ ਸਮਝਦੇ ਨੇ। ਅਸੀਂ ਬਹੁਤ ਜਲਦੀ ਜਜਮੈਂਟਸ ਪਾਉਣੀਆਂ ਸ਼ੁਰੂ ਕਰਤੀਆਂ, ਔਰ ਇੱਕ ਪੱਖ ਇਹੋ ਜਿਹਾ ਆ ਗਿਆ ਜਿਹਨੂੰ ਨਾ ਕੋਈ ਗਿਆਨ ਹੈ ਨਾ ਸਮਝ ਹੈ, ਪ੍ਰਚਾਰ ਕਰਦੇ ਨੂੰ। ਗੁਰੂ ਸਾਹਿਬ ਨੇ ਸਾਨੂੰ ਰਾਸਾ ਦੀ ਵਾਰ ਸਮਝਾਇਆ ਕਿ ਇਹੋ ਜਿਹੇ ਲੋਕਾਂ ਤੋਂ ਬਚ ਕੇ ਰਹਿਣਾ ਹੈ। ਬੁੱਝਦੇ ਕਿੱਥੇ ਅਸੀਂ? ਦਰਅਸਲ ਇਹ ਸਭ ਕੁਝ ਹੀ ਬਹੁਤ ਕਨਫਿਊਜ਼ਿੰਗ ਹੋ ਗਿਆ। ਇਉਂ ਲੱਗਦਾ ਜਿਵੇਂ ਰਿਵਰਸ ਗੇਅਰ ਵਿੱਚ ਗੱਡੀ ਚੱਲਦੀ ਹੈ, ਔਰ ਜੋ ਆਵਾਜ਼ ਮਾਰਦਾ ਹੈ ਕਿ ਗੱਡੀ ਖੂਹ 'ਚ ਡਿੱਗ ਰਹੀ ਹੈ, ਉਹਨੂੰ ਕੋਈ ਸੁਣਦਾ ਨਹੀਂ ਹੈ। ਕਿਉਂਕਿ ਗੁਰਬਾਣੀ ਵੀ ਹੁਣ ਇੰਟਰਪ੍ਰੀਟੇਸ਼ਨ ਦੀ ਗੱਲ ਰਹਿ ਗਈ, ਅਭਿਆਸ ਔਰ ਮਹਿਸੂਸ ਕਰਨ ਦੀ ਨਹੀਂ ਰਹਿ ਗਈ। ਮਤਲਬ ਕੀ ਹੈ? ਮੈਂ ਬਾਣੀ ਦੇ ਨਾਲ ਸਾਂਝ ਪਾਵਾਂ ਤਾਂ ਮੇਰਾ ਇੱਕ ਪ੍ਰਸ਼ਨ ਬੜਾ ਲਾਜ਼ਮੀ ਬਣਦਾ ਹੈ, ਮੈਨੇ ਆਪਣੇ ਆਪ ਨੂੰ ਪੁੱਛਣ ਲਈ, ਮੇਰੀ ਮਨ ਦੀ ਅਵਸਥਾ ਕੁਝ ਹਲਕੀ ਹੋਈ, ਕੁਝ ਫਰਕ ਪਿਆ, ਕੁਝ ਮੈਂ ਮਨ ਨੂੰ ਸੋਚਿਆ ਕਿ ਮਨ ਕਿਸ ਤਰ੍ਹਾਂ ਦਾ ਹੈ, ਮਨ ਮੇਰਾ ਪਹਿਲਾਂ ਕਿਸ ਤਰ੍ਹਾਂ ਸੀ, ਹੁਣ ਕੀ ਹੈ। ਇਹ ਗੱਲ ਮੈਂ ਜਾਣੀ ਕਿ ਨਹੀਂ ਜਾਣੀ? ਮਨ ਨੂੰ ਪ੍ਰੇਮ ਜਗਿਆ ਕਿ ਨਹੀਂ ਜਗਿਆ? ਜਦੋਂ ਵਿਚਰਦੇ ਹਾਂ ਪੰਥ ਵਿੱਚ ਤਾਂ ਇਹ ਬੜਾ ਦਰਦ ਹੁੰਦਾ ਹੈ ਕਿ ਪ੍ਰੇਮ ਨਾਲ ਬੈਠ ਕੇ ਕੁਝ ਥੋੜੇ ਲੋਕਾਂ ਨਾਲ ਗੱਲ ਹੋ ਪਾਉਂਦੀ ਹੈ, ਨਹੀਂ ਤਾਂ ਪੰਥਕ ਪ੍ਰੇਮ ਬਹੁਤ ਅਪਾਰ ਸ਼ਕਤੀ ਰੱਖਦਾ ਹੈ ਜੀਵਨ ਨੂੰ ਟਰਾਂਸਫਾਰਮ ਕਰਨ ਲਈ, ਮਨ ਨੂੰ ਟਰਾਂਸਫਾਰਮ ਕਰਨ ਲਈ, ਠੰਡ ਪਹੁੰਚਾਉਣ ਲਈ। ਹੁਣ ਕਿਉਂਕਿ ਅਸੀਂ ਪ੍ਰੇਮ ਨਾਲ ਵਾਹ ਨਹੀਂ ਪਾਉਂਦੇ ਤਾਂ ਯੂਥ ਵੀ ਸਾਡੇ ਤੋਂ ਟੁੱਟ ਰਿਹਾ ਹੈ, ਕਿਉਂਕਿ ਆਧਾਰ ਜੀਵਨ ਦਾ ਪ੍ਰੇਮ ਹੈ। ਅਸੀਂ ਪ੍ਰੇਮ ਤੋਂ ਬਿਨਾਂ ਅਗਰ ਹੰਕਾਰ ਹੀ ਵਧਾ ਲਿਆ ਸ਼ਬਦ ਨਾਲ, ਫਿਰ ਕੀ ਕਮਾਇਆ ਸ਼ਬਦ ਤੋਂ? ਇਹ ਪੁੱਛਣਾ ਬਣਦਾ ਹੈ। ਇੱਥੇ ਹਉਮੈ ਤਜੇ ਵਿਕਾਰ ਦੀ ਗੱਲ ਕਰਦੇ ਨੇ। ਮਨ ਸ਼ਬਦੇ ਮਰੇ ਪ੍ਰਤੀਤ ਹੋਏ, ਮਨ ਸ਼ਬਦੇ ਮਰੇ ਪ੍ਰਤੀਤ ਹੋਏ, ਹਉਮੈ ਤਜੇ ਵਿਕਾਰ। ਦੇਖੋ ਕਿੰਨੀ ਉੱਚੀ ਗੱਲ ਹੈ। ਕਹਿੰਦੇ ਨੇ ਮਨ ਜਿਹੜਾ ਝੂਠਾ ਮਨ ਹੈ ਸ਼ਬਦ ਨਾਲ ਮਰ ਜਾਏਗਾ, ਉਹਦੇ ਵਿੱਚ ਹੀ ਸ਼ਬਦ ਦੇ ਰਾਹੀਂ ਜਿਹੜਾ ਮਨ ਮਰੇਗਾ, ਹਉਮੈ ਔਰ ਵਿਕਾਰ ਖਤਮ ਹੋ ਜਾਣਗੇ। ਜਨ ਨਾਨਕ ਕਰਮੀ ਪਾਈਨ ਹਰ ਨਾਮਾ ਭਗਤ ਭੰਡਾਰ। ਜਨ ਨਾਨਕ ਕਰਮੀ ਪਾਈਨ ਹਰ ਨਾਮਾ ਭਗਤ ਭੰਡਾਰ। ਉਹਦੇ ਕਰਮਾਂ ਨਾਲ ਮਿਲੇਗਾ, ਪਰ ਉਹਦੇ ਵਾਸਤੇ, ਕਰਮ ਪਾਉਣ ਵਾਸਤੇ ਵੀ ਮੈਨੂੰ ਮਨ ਦੀ ਬਣਤ ਪਹਿਲਾਂ ਤਿਆਰ ਕਰਨੀ ਪਏਗੀ। ਮਨ ਅਗਰ ਧਰਤੀ ਰੂਪੀ ਹੈ ਔਰ ਉਹਦਾ ਕਰਮ ਬੀਜ ਹੈ, ਜਾਂ ਉਹਦਾ ਕਰਮ ਜਲ ਹੈ, ਪਾਣੀ ਗਿਰੇਗਾ, ਤਾਂ ਸ਼ਬਦ ਰੂਪੀ ਬੀਜ ਜਿਹੜਾ ਹੈ ਉਹ ਫੁੱਟੇਗਾ। ਤਾਂ ਧਰਤੀ ਤਿਆਰ ਕਰਨੀ ਮੇਰੇ ਫਰਜ਼ ਬਣਦਾ ਹੈ। ਉਹ ਇਸ ਸੁਣੇ ਤੋਂ ਸ਼ੁਰੂ ਹੁੰਦਾ ਹੈ। ਇਹ ਸੁਣਨ ਨਾਲ ਮੈਂ ਆਪਣੇ ਮਨ ਦੀ ਧਰਤੀ ਤਿਆਰ ਕਰ ਰਿਹਾ। ਫਿਰ ਅਗਰ ਮਨ ਦੀ ਧਰਤੀ ਤਿਆਰ ਹੋ ਗਈ, ਮਨ ਦੀ ਧਰਤੀ ਤਿਆਰ ਹੋਣ ਨਾਲ ਆਨੰਦ, ਕਿਰਪਾ ਹੋ ਗਈ ਉਹਦੀ, ਗੁਰ ਪ੍ਰਸਾਦ ਵਰਸ ਗਿਆ, ਤਾਂ ਮਹਾਰਾਜ ਕਹਿੰਦੇ ਜਿਸ ਮਿਲੀਏ ਮਨ ਹੋਏ ਆਨੰਦ, ਸੋ ਸਤਿਗੁਰ ਕਹੀਏ।
ਕੁਆਲਿਟੇਟਿਵ ਚੇਂਜ ਦੀ ਗੱਲ ਕਰਦੇ ਹੈ। ਮੈਂ ਕਿਸੇ ਗੁਰੂ ਕੋਲ ਗਿਆ, ਉਹਨੂੰ ਗੁਰੂ ਜੀ ਕਿਹਾ, ਮੇਰਾ ਮਨ 'ਚ ਕੀ ਬਦਲਾਵ ਆਇਆ? ਜਾਂ ਮੈਂ ਕੁਝ ਮੰਗਣ ਜਾ ਰਿਹਾ ਕਿ ਜੀ ਗੁਰੂ ਜੀ ਮੇਰੀ ਕੋਈ IAS ਦੀ ਨੌਕਰੀ ਇੱਥੇ ਦੀ ਹੈ, ਉੱਥੇ ਕਰ ਦਿਓ, ਮੇਰਾ ਲੋਨ ਕਰਾ ਦਿਓ। ਫਿਰ ਤੇ ਇਹ ਗੁਰੂ ਸਿੱਖ ਦਾ ਰਿਲੇਸ਼ਨਸ਼ਿਪ ਹੀ ਨਹੀਂ ਹੈ, ਇਹ ਤੇ ਲਾਈਜ਼ਨਿੰਗ ਰਿਲੇਸ਼ਨਸ਼ਿਪ ਹੈ। ਜਿਵੇਂ ਲੋਕ ਲਾਈਜ਼ਨਿੰਗ ਕਰਦੇ ਨੇ ਕਿ ਕੁਝ ਕੰਮ ਕਰਾ ਦਿਓ, ਮੇਰੀ ਈਗੋ ਵਧਾਉਣ ਦਾ ਕਾਰਨ ਬਣ ਜਾਓ। ਗੁਰੂ ਤੇ ਈਗੋ ਨੂੰ ਖਤਮ ਕਰਦਾ ਹੈ, ਵਧਾਉਂਦਾ ਨਹੀਂ ਹੈ। ਦੁੱਖ ਕੱਟਦਾ ਹੈ, ਆਨੰਦ ਦੇ ਜ਼ਰੀਏ ਕੱਟਦਾ ਹੈ। ਇਸ ਤਰ੍ਹਾਂ ਨਹੀਂ ਕੱਟਦਾ ਕਿ ਬਈ ਵਿਘਨ ਆਏ ਤਾਂ ਕਿਸੇ ਨੂੰ ਫੋਨ ਕਰ ਦਿਓ। ਦਰਅਸਲ ਗੁਰਬਾਣੀ ਦੀ ਜਿਹੜੀ ਸਾਡੀ ਪੰਕਤੀਆਂ ਨੇ, ਗੁਰਬਾਣੀ ਦੀ ਵਿਚਾਰ ਹੈ, ਸ਼ਬਦ ਦੀ ਵਿਚਾਰ ਹੈ। ਇਹ ਮੇਰੇ ਮਨ ਦੇ, ਸੁਰਤ ਦੇ ਔਰ ਸ਼ਬਦ ਨਾਲ ਸਾਂਝ ਰੱਖਦੀ ਹੈ। ਇਹਨੂੰ ਮੈਂ ਕਿਤਨਾ ਇੰਟੈਂਸਲੀ ਐਕਸਪੀਰੀਅੰਸ ਕਰ ਲੈਂਦਾ ਹਾਂ, ਇਸ ਤੇ ਡਿਪੈਂਡ ਕਰਦਾ ਮੇਰਾ ਫਿਊਚਰ ਮਨ ਦਾ ਜਿਹੜਾ ਹੈ, ਮਨ ਦੀ ਬਣਤ ਕਿਸ ਤਰ੍ਹਾਂ ਦੀ ਹੈ। ਫਿਰ ਉਹ ਤਾਂ ਬੜੀ ਡੂੰਗੀ ਗੱਲ ਸਾਹਿਬ ਕਰਦੇ ਨੇ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀਏ। ਇਹਦਾ ਕੀ ਮਤਲਬ ਹੈ ਬਣੀਏ? ਜਦ ਮੇਰਾ ਝੂਠਾ ਮਨ ਗਿਰ ਗਿਆ ਤੇ ਫਿਰ ਬਾਣੀ ਰੂਪ ਹੋ ਗਿਆ ਮਨ। ਫਿਰ ਕੋਈ ਭੇਦ ਨਹੀਂ ਰਹਿ ਗਿਆ ਬਾਣੀ ਦੇ ਵਿੱਚ ਔਰ ਮੇਰੇ ਮਨ ਦੀ ਅਵਸਥਾ ਵਿੱਚ। ਜਿਵ ਜਿਵ ਹੁਕਮ ਤੇ ਵੇਦ ਵਿਕਾਰ। मैं सुनन की शक्ति तो आ रही है सारी गल। मैं सुनना इतना गहन कर लिया, अब्जॉर्ब करना इतना गहन कर लिया कि मेरा झूठा मन ड्रॉप हो गया। गुरमुख की संगत भी इस तरह का मतलब रखती है। अगर आप किसी गुरमुख की संगत करा और उस संगत नू हाजरी समझ के मन, झूठे मन नू त्याग दईए तो सत सामने खड़ा हो गया। तो सुनना की है। कई ਇਹੋ ਜਿਹੇ म्यूजिक मैं देखे, एक मेरा साडे कजन है वो जैज म्यूजिक दे बड़े, तो कुछ जैज म्यूजिक ਇਹੋ ਜਿਹਾ मैं सुनिया कि थोड़ा जिहा देर सुनो ध्यान लग जाएगा। ਇਹਦਾ मतलब ਜਿਹੜਾ ਉਸ ਨੂੰ ਵਜਾ ਰਿਹਾ ਹੈ ਉਹਦੀ ਮਨ ਦੀ ਅਵਸਥਾ ਵੀ ਉਸ ਤਰ੍ਹਾਂ ਦੀ ਹੈ, ਉਹ ਧਿਆਨ 'ਚ ਹੀ ਵਜਾ ਰਿਹਾ ਹੈ। ਤਾਂ ਉਸ ਦਾ ਧਿਆਨ ਉਸ ਮਿਊਜ਼ਿਕ ਨੂੰ ਕ੍ਰੀਏਟ ਕਰਦਾ ਹੈ ਜਿਹਦੇ 'ਚ ਸਭ ਦਾ ਧਿਆਨ ਲੱਗ ਜਾਂਦਾ ਹੈ। ਧਿਆਨ ਲੱਗ ਗਿਆ, ਮੇਰਾ ਮਨ ਗਿਰ ਗਿਆ, ਸ਼ਾਂਤ ਹੋ ਗਿਆ। ਇਹ ਗੁਰਬਾਣੀ ਦੀ ਜਿਹੜੀ ਸੁਣਨ ਦੀ ਵਿਧੀ ਹੈ, ਇਹ ਮੇਰੇ ਹੱਥ ਵਿੱਚ ਹੈ। ਇਸ ਕਰਕੇ ਸਾਹਿਬ ਨੇ, ਮੈਨੂੰ ਲੱਗਦਾ ਹੈ ਇਹ ਕਾਰਨ ਹੈ ਕਿ 4 ਬੰਦ ਸਾਨੂੰ ਸੁਣੇ ਦੇ ਦਿੱਤੇ ਨੇ ਕਿ ਮੈਂ ਆਪਣੀ ਈਗੋ ਤੋਂ ਤੂੰ ਹੀ ਨਿਰੰਕਾਰ ਵੱਲ ਜਾਣਾ ਹੈ, ਉਹਦੀ ਸ਼ੁਰੂਆਤ ਸੁਣੇ ਤੋਂ ਹੋਣੀ ਹੈ। मेरे जीवन, आध्यात्मिक जीवन सुने तो होएगा, क्योंकि मैं सुनागा। और फिर सुनदा वो भी नहीं सुनदा है जिहदे मन विच डाउट होए, वो पूरी तरह नहीं सुनेगा। कन तो सुन लेगा, मन नहीं सुनेगा। जिहदे कोल संसा होए मन विच, हाले प्रश्न खत्म ना हो, वो पूरी तरह सुन नहीं पाएगा। जब पूरी तरह सुनेगा नहीं तो कमा भी नहीं पाएगा। फिर गुरबाणी सुनत मेरा मन द्रव्या, मन पीना निज कर आवेगा, आवेगो निज कर। मन ट्रांसफॉर्म हो गया। गुरबाणी सुनिए,
गुरबाणी सुनत मेरा मन द्रव्या, मन भीना निज घर आवे गो। निज घर किथे होया? जिथे होर कोई नहीं है, एक निरंकार है। जिथे आनंद दी बरखा है, गुरबाणी सुने, सुनना, सुनना, अब्जॉर्व करना, ध्यान रहना, पूरी तरह गुरबाणी बन जाना। तो अज दी जिहड़ी सानू पौड़ी दसी है वो यह दसदी है कि सुननी है ईसर बर्मा इंद। इस पंक्ति तो असी यह भाव लईए कि अगर अवस्थावां ने, उचियां अवस्थावां ने जीवन दियां, ईसर बर्मा इंद, वैसे तो बाणी ब्रह्म विष्णु शिव इन्हां नूं सतरूप नहीं जानती है अध्यात्म के मार्ग तो। तो मैं समझना कि मन दियां उचियां अवस्थावां, प्रचलित नाम ईसर बर्मा इंद हो गई। महान कोश विच बर्मा की गल कुछ इस तरह की की जाती भी एक मन दे विच एक शील्ड बन गई है, एक उपर दा प्रोटेक्शन आ गई है। शब्द ने बचा लिया मन नूं। इंद हुआ जो पहुंच गया, सुन समाध विच आ गया। सुनन नाल महाराज कह रहे हैं कि सानू ईश्वर बर्मा और इंद यह अवस्थावां साडे हाजिर हो जांदियां मन विच। मन दे विच पोटेंशियल है। मन निरंकार दा जोत रूप दा प्रगटावा भी कर सकता है। सुने मुख सलाहन मंद, जेड़े मंदे भी विचार ने मेरे मंदे वो मुख विच सलाह दे रूप विच आ जांदे ने। मन बदल जांदा है। हुण मुख सलाहन वास्ते लग गया, हुण निरंकार नूं सलाह रहा है। उही मन दे विचार हुण बदल के सलाहन वास्ते विचार बन गए। पहला मन दे विचार सन, हुण उही सलाह रहे हैं निरंकार नूं। की शक्ति है? सुने, सत नूं अब्जॉर्व कर लेना, नाम नूं मन विच वासा कर लेना, जप दे रूप विच तप बना देना। सुनिए जोग जुगत तन भेद, मैं तन नहीं हाँ, यह ज्ञान बहुत उच्चा ज्ञान है। जिस दिन मैनू यह ज्ञान आ गया कि तन मेरा है, मैं नहीं हाँ, उस दिन काल गिर गया। पर यदि भी लेवल्स हैगी हैं कई। तन भेद, तन जेड़ा है दूजा है, मैं नहीं हाँ। सुनिए जोग जुगत, जुड़न दी विधि दस दिती, जुगती दस दिती, जुड़न दी शब्द दे राही। जिवें करंट पोटेंशियल जुड़ गया, यूनिवर्सल सोर्स नाल एक करंट पोटेंशियल जुड़ गया। सुनिए जोग जुड़ना, जुड़न दी विधि जुगत, और जुड़ गया तो तन गिर गया। तन भेद, तन नहीं रह गया, मन रह गया सिर्फ। हुण जान गया कि तन मैं नहीं हाँ। शास्त्र सिमरत वेद, सुनिए शास्त्र सिमरत वेद, सत की गल करते हैं। शास्त्र हुक्म दे विच जिहड़ी चलदी है, सत की गल है। सुनिए मन सत नूं पा गया, शास्त्र करके मन नूं पा गया। मन हुण उस अवस्था विच लीन हो गया जिहड़ी सत है। सारी सिमरतियां, सारे वेद उहदे विच ही हन। सब दुनिया का ज्ञान उत्थे है। जब दुनिया का तत्त जान लिया, सारी किताबां, सारे वेद, सारे ग्रंथ उहदे च आ गए।
ਇਹ ਕੀ ਵਸਤੂ ਹੈ ਜਿਹਦੇ ਨਾਲ ਮੈਂ ਮਨ ਨੂੰ ਇੱਥੇ ਤੱਕ ਲੈ ਸਕਦਾ ਕਿ ਉਹ ਸਤ ਰੂਪ ਹੋ ਜਾਏ, ਉਹ ਸਤ ਨੂੰ ਜਾਣ ਲਏ। ਜਦ ਝੂਠ ਗਿਰ ਗਿਆ ਤਾਂ ਸਤ ਆ ਗਿਆ। ਜਦ ਆਪਣੇ ਝੂਠ ਤੇ ਹੀ ਵਿਚਰਦੇ ਰਹੇ ਫਿਰ ਸਤ ਨੂੰ ਜਾਣਿਆ ਨਹੀਂ। ਜਦ ਝੂਠ ਤਿਆਗ ਗਿਆ ਤਾਂ ਸਤ ਦੇ ਦਰਸ਼ਨ ਹੋ ਗਏ। ਮੈਂ ਨਹੀਂ ਰਿਹਾ, क्योंकि मैं एक झूठी वस्तु है, ट्रांजिएंट वस्तु है। सुनिए शास्त्र सिमृत वेद। फिर सब कुछ करन नाल भगत बनदा इंसान, सदा दे दर्शन विच उतरदा है। सदा कितना एक्सट्रीम वर्ड दिखता है। अगर सानू कोई समझा दे कि जीवन सदा है, असी किस तरह जीवन तो बदल जावांगे। जो भगत हुंदा है वो सदा विच ही हुंदा है। जिहड़ा भगत कुछ चिर लई है वो भगत नहीं है। जो काल तो परे है वो विकास विच है, क्योंकि मन की गहरली अवस्थावां सब विकास ही हैं। सुनिए नाल यह सब सानू मिलता है। मन नू ट्रांसफॉर्म करने लई सुनिए मेरे को एक कैटलिस्ट आ गया, जिहड़ा असी मन नू खड़ा नहीं कर पा रहे हैं, व्याकुल हो रहे हैं, अभ्यास विच बैठ नहीं पा रहे हैं, शब्द नू सुनन दी विधि बना लईए। जो असी गाइए वो सुनिए तो शब्द के ध्यान में उतर जावांगे। गाना और सुनना थोड़े समय गिर जाएगा। मन एक इहो जी अवस्था में आ जाएगा जिथे वो गावे को विच आ गया। हुण वो गावे को है, गावे स्थिर हो गया। गावे को विद्या विक्रम विचार। दुनिया कह रही है कि विचार विक्रम है, विद्या विक्रम है, पर यह तो अपनी लय विच गावे को विच चलता जा रहा है। यह मन की दो अवस्था हो गई हैं। गावे को जिथे वो गा रहा है, स्थिर होके गा रहा है, आनंद विच गा रहा है। एक लय विच नाम दे विच लीन होके गा रहा है। और मन की दूसरी अवस्था जिहड़ी डाउट क्रिएट करती है, विद्या विक्रम विचार। यह विक्रम है कम सारा। तो मन की उपरली अवस्था विच आ गए, गावे को विच बह गए। यह सानू भरोसा कित्थे आएगा कि मेरे मन विच एक आनंद वसिया जिसनू मैं खोलना है। मैं मन विच कदों गंढ बन लवांगा, क्योंकि अगर गंढ बन लई फिर तो समय का भेद रह गया। बस की होएगा समय नाल। सुनिए दुख पाप का नाश। यह सुनन सिर्फ कहन सुनन की गल नहीं है, यह रियलाइज्ड अवस्था है, रियलाइजेबल अवस्था है। यह साडा तुहाडा पोटेंशियल है। मन नू बदलना है, सत नू अब्जॉर्व करिए। पूरे ध्यान नाल शब्द विच लीन होना सीख लीजिए, मन बदल जाएगा। सुनिए दी पूरी अवस्था मन विच ध्यान नाल शब्द विच लीन होना। अगली पौड़ी विच महाराज दसणगे, एक गल मैं अज कर दी है। सुनिए लागे सहज ध्यान। सुने दा रूप है ध्यान। शब्द विच ध्यान, ध्यान विच शब्द। एक अंतर विकास है, खेड़ा है। इत्थे एक ओंकार दी हजूरी है। दुखा और पापां दा नाश सुनन नाल हो जाता है। कमिटमेंट असी करनी है।
ਅੱਜ अगर आप आज्ञा ਦਿਓ ਤੇ ਇੰਨੀ ਅੱਜ ਵਿਚਾਰ ਆਪ ਅੱਗੇ ਪੇਸ਼ ਕੀਤੀ ਹੈ। ਭੁੱਲਾਂ ਚੁੱਕਾਂ ਦੀ ਖਿਮਾ देना। कोई अगर कोई कहना चाहे, कुछ पूछना चाहे, दसना चाहे, मोस्ट वेलकम।